कह जन नानक जेहा तुम कराए है तेहा हों करी वक्यान। तेरे कवन कवन गुण कह कह गावा तू साहिब गुणी निधाना। तुमरी महिमा बरन न सको तुम ठाकुर ऊच भगवाना। तुमरी महिमा बरन न सको तुम ठाकुर ऊच भगवाना। सतगुरां दी साजी नवाजी गुरु सवारी गुरु प्यारी खालसा साध संगत जीओ। वाहिगुरु जी का खालसा वाहिगुरु जी की फतेह। पतत पावन भगत वत्सल कृपा दे खजाने लोक परलोक के रक्षक सतगुरु श्री गुरु ग्रंथ साहिब महाराज जी दी अत्यंत बख्शिश रहमत दा सदका हफ्तावारी समागमन के दौरान अज दोपहर के पावन सुंदर दरबार सजे ने सतगुरु पातशाह महाराज जी की कृपा सदका रागी सिंहां की रसना पासों तुरकी बाणी के शब्दों का कीर्तन सरवण करके लाहे प्राप्त किए है। वडभागे हाँ सत संगत दियां घड़ियां नसीब हुईयां ने। वडभागी हर संगत पावे है भागहीन भ्रम चोटां खावे है। बिन भागां सत संग न लभै बिन संगत मैल भरीजै जी। संगत तो बिना अपने अंदर दा अभिमान जो मनुख नूं संसार तो उच्चा गणाउंदा रहिंदा है, जिस करके तरह तरह के संकल्प इस दे हिरदे दे अंदरों पैदा हुंदे रहिंदे ने और यही मनुख अपने आप दे विच एक संसार दे जाति दे नालों विलक्षणता का रूप धारण कर बैठदा है। पर जदों यही मनुख सतगुरां दी कृपा दे नाल सत संगत विच आ के बैठ जावे, इत्थे आके पता चलदा एक दू एक चढ़ंदी है, कौन जाने मेरा नाम जियो। एक तो एक वध चढ़दी कला वाला जगियासू सतसंगत दे विच बैठा हुंदा है। अपने मन दे अंदर दा अभिमान इत्थे आके नाश हुंदा है। मैं ते केवल सुखमनी साहिब दा पाठ ही करदा सी, मैं ते केवल इन्ना दान ही करदा सी, 2 घड़ियां सतसंगत करदा सी, जां होर दान पुन दे विच मैं अपना जीवन गुजारदा सी, इन्ना जप तप करदा सी। पर सत संगत दे विच वो जगियासू मिले जो गुरमुख रोम रोम हर ध्यावै, उठत बैठत सोवत ध्याईऐ, मार्ग चलत हरे हर गाईऐ। श्वास श्वास परमेश्वर दा सिमरन करने वाले, वध तो वध दान करने वाले, पर उपकारी सुभाव, दूसरे दा दुख देख करके मन द्रव जाने वाले, वो जगियासू सतसंगत विचों लभे। ये हीरियां दी खान, ये
ਰਤਨਾਂ ਦੀ ਖਾਣ ਦੇ ਵਿੱਚੋਂ ਜਦੋਂ ਕੋਈ ਅਨਮੋਲ ਹੀਰਾ ਮਿਲ ਗਿਆ, ਉਦੋਂ ਮਨ ਦਾ ਅਭਿਮਾਨ ਉਤਰ ਜਾਂਦਾ ਹੈ ਕਿ ਮੈਂ ਤਾਂ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ। ਇਹਨਾਂ ਲਾਲਾਂ, ਇਹਨਾਂ ਰਤਨਾਂ ਦੀ ਕੀਮਤ ਦੇ ਵਿੱਚ ਮੇਰੀ ਕੋਈ ਕੀਮਤ ਨਹੀਂ ਹੈ। ਉਸ ਵਕਤ ਮਨੁੱਖ ਦਾ ਦਿਲ ਕਰਦਾ ਕਿ ਮੈਂ ਵੱਧ ਤੋਂ ਵੱਧ ਰੱਬ ਦਾ ਨਾਮ ਲਿਆ ਕਰਾਂ, ਜਿਸ ਕਰਕੇ ਰੱਬ ਦੀ ਬਾਰਗਾਹ ਦੇ ਵਿੱਚ ਮੇਰਾ ਵੀ ਨਾਂ ਆ ਜਾਵੇ, ਇਹਨਾਂ ਖਾਣਾਂ ਦੇ ਵਿੱਚ ਬੈਠਣ ਦਾ ਸੁਭਾਗ ਮੈਨੂੰ ਵੀ ਮਿਲ ਜਾਵੇ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਇੱਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਗੱਲ ਦੀ ਸਮਝ ਸਤ ਸੰਗਤ ਵਿੱਚ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਵੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਗਟ ਕਰਕੇ ਦਰਸਾ ਦਿੱਤੀ। ਸਿੱਖੋ ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਸਬਾਇਮਾਨ ਹੋਣ, ਸਤ ਸੰਗਤ ਉੱਥੇ ਹੁੰਦੀ ਹੈ। ਵਿਦਵਾਨਾਂ ਨੇ ਇਸ ਸੰਗਤ ਨੂੰ 4 ਹਿੱਸਿਆਂ ਦੇ ਵਿੱਚ ਰੱਖਿਆ ਹੈ। ਇੱਕ ਸੰਗਤ ਹੈ, 2 ਜਣਿਆਂ ਦਾ ਮਿਲਾਪ ਹੋਇਆ, ਸਫ਼ਰ ਦੇ ਵਿੱਚ 2 ਵਿਅਕਤੀ ਇਕੱਠੇ ਹੋ ਗਏ, ਉਹਨਾਂ ਦੋਨਾਂ ਦੀ ਆਪਸ ਦੇ ਵਿੱਚ ਮਿਲ ਕੇ ਸੰਗਤ ਹੋਈ ਹੈ। ਦੋਨੇ ਵਿਅਕਤੀ ਇੱਕ ਦੂਜੇ ਨੂੰ ਜਾਣਦੇ ਨਹੀਂ, ਪਰ ਰਸਨਾ ਦੀ ਸਾਂਝ ਹੋ ਜਾਣੇ ਕਰਕੇ ਜਿਹੜੇ ਪਲ ਸਫ਼ਰ ਦੇ ਵਿੱਚ ਬਤੀਤ ਕੀਤੇ, ਉਹ ਬੋਲਾਂ ਦੀ ਸਾਂਝ ਦੇ ਨਾਲ ਕੀਤੇ। ਸਫ਼ਰ ਤੈਅ ਹੋ ਗਿਆ, ਪਰ ਦੋਨਾਂ ਨੂੰ ਕੁਝ ਪ੍ਰਾਪਤ ਨਾ ਹੋਇਆ, ਇੱਕ ਦੂਸਰੇ ਤੋਂ ਲਾਭ ਕੁਝ ਵੀ ਨਾ ਹੋਇਆ। ਉਹ ਕੇਵਲ ਸੰਗਤ ਸੀ, ਕੁਝ ਪਲਾਂ ਦੀ, ਕੁਝ ਘੜੀਆਂ ਦੀ। 2 ਵਿਅਕਤੀਆਂ ਦੀ ਹੋ ਗਈ, ਲੰਘ ਗਿਆ, ਸਮਾਂ ਸਮਾਪਤ ਹੋ ਗਿਆ ਤੇ ਸੰਗਤ ਦਾ ਫਲ ਜੋ ਰਸਨਾ ਦਾ ਸਵਾਦ ਸੀ, ਉਹ ਕੇਵਲ ਰਸ ਤੱਕ ਰਹਿ ਕੇ ਸੀਮਿਤ ਰਹਿ ਗਿਆ। ਦੋਨਾਂ ਨੂੰ ਪ੍ਰਾਪਤ ਕੁਝ ਵੀ ਨਾ ਹੋਇਆ, ਨਾ ਕੁਝ ਨੁਕਸਾਨ ਹੋਇਆ, ਨਾ ਕੁਝ ਲਾਭ ਹੋਇਆ। ਦੂਸਰੇ ਨੰਬਰ ਤੇ ਕੁਸੰਗਤ ਹੈ। ਕੁਸੰਗਤ ਦੇ ਵਿੱਚ ਪੈਣ ਵਾਲਾ ਵਿਅਕਤੀ ਆਪਣਾ ਜੀਵਨ ਵੀ ਬਰਬਾਦ ਕਰ ਲੈਂਦਾ ਹੈ, ਆਪਣੇ ਕੁਲ ਦੀ ਚਿੱਟੀ ਪੱਗ ਨੂੰ ਵੀ ਦਾਗ ਲਗਾ ਦਿੰਦਾ ਹੈ। ਖੋਟੀ ਸੰਗਤ ਦੇ ਵਿੱਚ ਗਿਆ ਹੋਇਆ ਮਨੁੱਖ ਵਿਸ਼ਈ ਵੀ ਬਣ ਸਕਦਾ, ਵਿਸ਼ਿਆਂ ਦਾ ਧਾਰਨੀ ਹੋ ਸਕਦਾ। ਖੋਟੀ ਸੰਗਤ ਦੇ ਵਿੱਚ ਪੈਰ ਰੱਖਣੇ ਕਰਕੇ ਉਹ ਜੁਆਰੀ ਵੀ ਹੋ ਸਕਦਾ, ਜੂਆ ਵੀ ਖੇਡਣ ਲੱਗ ਸਕਦਾ। ਖੋਟੀ ਸੰਗਤ ਦੇ ਵਿੱਚ ਪੈਰ ਰੱਖਣੇ ਕਰਕੇ ਉਹ ਨਸ਼ਈ ਵੀ ਹੋ ਸਕਦਾ ਹੈ, ਨਸ਼ੇ ਵੀ ਕਰਨੇ ਲੱਗ ਜਾ ਸਕਦਾ ਹੈ। ਅਜਿਹਾ ਫਲ ਖੋਟੀ ਸੰਗਤ ਦਾ ਮਿਲਿਆ। ਪਹਿਲਾਂ ਜੁਆਰੀ ਬਣਿਆ, ਫਿਰ ਨਸ਼ਈ ਬਣਿਆ, ਫਿਰ ਵਿਸ਼ਈ ਬਣਿਆ ਤੇ ਮਿਲੇ ਹੋਏ ਜੀਵਨ ਨੂੰ ਗਰਕ ਕਰ ਲਿਆ। ਇੱਥੋਂ ਤੱਕ ਜੋ ਦਾਦੇ ਪੜਦਾਦੇ ਦੀ ਕਮਾਈ ਸੀ, ਜੋ ਪਿਓ ਦੀ ਪੱਗ ਸੀ, ਉਸ ਨੂੰ ਮਿੱਟੀ 'ਚ ਮਿਲਾ ਦਿੱਤਾ। ਅੱਜ ਉਹ ਪਿਓ ਆਪਣੀ ਪੱਗ ਲੈ ਕੇ ਕਿਸੇ ਸਭਾ ਦੇ ਵਿੱਚ ਬੈਠ ਨਹੀਂ ਸਕਦਾ। ਵਿਦਵਾਨ ਕਹਿੰਦੇ ਜਿਹੜਾ ਵਿਅਕਤੀ ਕੁਸੰਗਤ ਵਿੱਚ ਚਲਿਆ ਜਾਵੇ, ਉਹਦਾ ਜੀਵਨ ਅੱਜ ਵੀ ਬਰਬਾਦ ਹੈ ਤੇ ਕੱਲ ਵੀ ਬਰਬਾਦ ਹੈ। ਉਹਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਉਹਦੀ ਕੋਈ ਇੱਜ਼ਤ ਨਾਮ ਦੀ ਚੀਜ਼ ਨਹੀਂ ਰਹਿ ਗਈ। ਬਣਾਈ ਹੋਈ ਇੱਜ਼ਤ ਬਲਕਿ ਉਸਨੇ ਉਹ ਵੀ ਲੁਟਾ ਦਿੱਤੀ। ਇੱਜ਼ਤ ਦਾ ਖਜ਼ਾਨਾ ਇੱਕ ਇਹੋ ਜਿਹਾ ਹੈ, ਇਸ ਨੂੰ ਹਰ ਪਾਸਿਓਂ ਚੋਰ ਲੱਗਦੇ ਨੇ,
हर कोई इस नूं लुटना चाहुंदा है, पर बचे बचावे राम। ये परमेश्वर कृपा करे तो यह इज्जत का खजाना बचिया रहिंदा है। एक कुल तो बच गया, दूसरी कुल का फिर डर हुंदा है, दूसरी कुल तो बच गया, तीसरी का फिर डर रहिंदा है। हर 20 साल तो बाद इसनूं चोर लगदे ने, संन लाउंदे ने, पर हर व्यक्ति सियाणा सूझवान इस तो बचण की कोशिश करदा। तीसरे नंबर ते साध संगत है, जिन्हां नूं भले पुरुषां की संगत मिल जाए। किते काम काज करदे हैं, किते नौकरी करदे हैं, जां जिंदगी दे विच कोई नगर दे विच जां इलाके दे विच कोई साधु महात्मा है, ते उस व्यक्ति की संगत मिल गई ते प्यारे वो संगत साधु की कीती हुई, भले पुरुष की कीती हुई जीवन का लक्ष्य पैदा कर दिंदी है। जो जिंदगी का मनोरथ सी वो प्राप्त करा दिंदी है। रत्नां दी खान, हीरियां दी खान ਉਹਦੇ ਤਾਈਂ ਉਹ ਪਹੁੰਚਾ ਦਿੰਦੀ ਹੈ, ਲੋਕ ਪਰਲੋਕ ਸਵਾਰ ਦਿੰਦੀ ਹੈ। ਭਗਤ ਕਬੀਰ ਸਾਹਿਬ ਜੀ ਇਸ ਦੇ ਪ੍ਰਥਾਏ ਇੱਕ ਬਚਨ ਕਰਦੇ ਨੇ, ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। इलाके विच नगर दे विच कोई भला पुरुष होवे, कदे उसका मजाक नहीं उड़ाउणा चाहिदा। संत जना स्यों मस्करी, कुल डोबण की रीत। अपने नगर विच है, रस्ते ते कोई राही भला पुरुष बन के लंघदा जा रहा है, तो उस साधु वल वेख करके जां उस साधु नाल मजाक करके ये ना समझी कि मेरा ये नाल सिर उच्चा हुंदा है, बल्कि ये समझ लई कि अपनी कुल नूं डोबण वास्ते तू खान पुट लई। गुरबाणी का फैसला, दुर्बाशा स्यों करत ठगौरी, जादव ए फल पाए। जादवां दी कुल नास होण दा कारण ही यही है। दुर्भाषा रिखी दे नाल उन्हां ने मखौल कीता सी। दुर्भाषा ने 3 वारी मुआफ कीता जादवां नूं, बच्चिओ जाओ, भले पुरुषां दे नाल मजाक नहीं करीदे। पर कुजा मजाक अजिहा सी, कहण लगे जादवां दे मुंडे बीबियां वाले वस्त्र पा के पेट ते तवा बन करके कहन लगे कि रिखी जी तुसी पहुंचे हुए महात्माओ, ते तुसी पता करके दसो कि इस दे पेट विचों केड़ा बच्चा पैदा होएगा। तो रिखी ने 3 वारी ये गल कही कि बच्चा मखौल नहीं करी दे, जाओ चले जाओ। पर वो मन्ने ना, ते अखीर फिर रिखी दे मुखार तो ये बचन आया, ਇਹਦੇ ਵਿੱਚੋਂ ਉਹ ਬੱਚਾ ਪੈਦਾ ਹੋਵੇਗਾ ਜੋ ਤੁਹਾਡੀ ਕੁਲ ਨੂੰ ਡੋਬ ਦੇਵੇਗਾ, ਨਾਸ ਕਰ ਦੇਵੇਗਾ। ਉਹ ਤਵਾ ਨਿੱਕੇ ਨਿੱਕੇ ਕੰਕਰੇ ਹੋਇਆ, ਜਿੱਥੇ ਜਿੱਥੇ ਉਹਦੀਆਂ ਕਿੰਕਰਾਂ ਪਈਆਂ ਉਹਦੇ ਵਿੱਚੋਂ ਉਹ ਦੱਬ ਪੈਦਾ ਹੋਈ, ਉਹ ਬਲੇਟ ਦਾ ਰੂਪ ਧਾਰਨ ਕੀਤੀ। विकारी हो गए, विषयी हो गए, नशई हो गए, आपस दे विच वड वड के लड़ लड़ के मर गए। सारी कुल जादवां दी नास हो गई। तो भगत कबीर साहब जी कहते ने, कबीर संत की गैल ना छोड़िए, मार्ग लागा जाओ, पेखत ही पुनीत होए, भेटत जपिए नाओ। ये है साध संगत। साधु कोई मिल जावे नगर दे विच, इलाके दे विच, पता होवे कि यह साधु है, भला पुरुष है, चंगा उपदेश दिंदा है, ते भले पुरुष की निशानी होवेगी
ਜਿਨ੍ਹਾਂ ਸਾਸ ਗਿਰਾਸ ਨਾ ਵਿਸ